ਮੰਡੀਕਰਨ ਟੋਟਲ सूबा सरकारां दे कोले आ, केंद्र दे कोले नहीं। हुण केंद्र दी सरकार ने खेती सुधार ऑर्डीनेंस करोना दी आड़ दे विच, करोना दी आड़ 'च बड़ा कुछ हो रहा। 11 किसान खेत मजदूर जथेबंदियां जिन्हां दे मेरे कोले नाम लिखे आ, किसान मजदूर संघर्ष कमेटी एंड BKU, क्रांतिकारी संघर्ष कमेटी, सतनाम पन्नू जी वाली जिहड़ी हैगी आ, ये 11 जथेबंदियां ने रस्ता रोकण का प्रोग्राम, किसी ने DC दफ्तर घेरन का प्रोग्राम बनाया। इत्थों का किसान बच गया तो साडा सूबा बचेगा। जे किसान ना बचया, खेत मजदूर ना बचया तो समझ लो साडे सूबे की आर्थिकता खत्म हो जाए। गुमराह कर रहे हैं लोगों को, पर असलीयत तो जाणू हैगे आ भी जे खेती सुधार ऑर्डीनेंस लागू हो गए तो 5-7 सालों के विच पंजाब का किसान बेजमीना हो जाना। कारपोरेट के कोले खेती मजदूर वजों काम करना पैना। सो मैं इन्हां किसान जथेबंदियां दा ऋणी आ जिन्हां ने कल का एक बड़ा तकड़ा प्रोग्राम लीकिया, तो मैं अपनी पार्टी के लोक इंसाफ पार्टी के सारे जिला प्रधानां परसनली फोन करके बेनती की है, जिथे जरूरत पवे जाके सपोर्ट करो। ये कहूँगा कि राजनीति तो उत्ते उठते हुए असी सारियां किसान खेत मजदूर संघर्ष कमेटियां की सपोर्ट करांगे। वो सानू किसी अंदोलन दे विच कोई प्रधानमंत्री का कराओ आ, कोई लोक सभा का कराओ आ, वो सानू कहणगे, असी उन्हां दे पिछे लग के, क्योंकि वो किसान लीडर्स हैगे, असी पिछे लग के एक पंजाब हतैशी होने का सबूत दिंदे हुए जिहड़ा भी केंद्र सरकार कोई जबर ते जुल्म का कहाड़ा चलाएगी, असी वो जबर ते जुल्म का कहाड़ा भी सवांगे। खेती सुधार ऑर्डीनेंस दोस्तों लागू नहीं होना चाहिए। जे खेती सुधार ऑर्डीनेंस देश के अंदर लागू हो गए तो देश का किसान ਜਿਹੜਾ ਖੁਦਕੁਸ਼ੀਆਂ ਦੇ ਰਸਤੇ ਤੇ ਦੋਸਤੋ ਕਿਸਾਨੀ ਖਤਮ ਹੋ ਜਾਏਗੀ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਜਾਰੀ ਕੀਤੇ ਗਏ 3 ਆਰਡੀਨੈਂਸਾਂ ਦਾ ਸੂਬੇ ਭਰ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸੜਕਾਂ ਦੇ ਉਤਰ ਆਈਆਂ ਨੇ। ਹੁਣ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੀ ਕਿਸਾਨਾਂ ਦੇ ਹੱਕ 'ਚ ਨਿੱਤਰ ਆਏ ਨੇ। ਬੈਂਸ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ। ਬੈਂਸ ਦਾ ਕਹਿਣਾ ਹੈ ਕਿ ਇਹਨਾਂ ਆਰਡੀਨੈਂਸਾਂ ਨਾਲ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਵੇਗਾ, ਜਿਸ ਕਰਕੇ ਕਿਸਾਨ ਜ਼ਮੀਨ ਵੇਚਣ ਲਈ ਵੀ ਮਜਬੂਰ ਹੋ ਜਾਣਗੇ। ਖੇਤੀ ਸੁਧਾਰ ਆਰਡੀਨੈਂਸ ਜਿਹਦੇ ਵਰਖਲਾਫ ਲੋਕ ਇਨਸਾਫ ਪਾਰਟੀ ਨੇ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਬਗਾਵਤ ਦਾ ਝੰਡਾ ਚੁੱਕਦੇ ਹੋਏ ਇਹਨਾਂ ਖੇਤੀ ਸੁਧਾਰ ਆਰਡੀਨੈਂਸਾਂ ਨੂੰ ਵਿਧਾਨ ਸਭਾ ਦੇ ਅੰਦਰ ਇੱਕ ਪ੍ਰਸਤਾਵ ਲਿਆ ਕੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਲਿਆਂਵਾਲਾ ਬਾਗ ਤੋਂ ਮੁੱਖ ਮੰਤਰੀ ਦੇ ਘਰ ਤੱਕ ਸਾਈਕਲ ਰੋਸ ਯਾਤਰਾ 300 ਕਿਲੋਮੀਟਰ 5 ਦਿਨ ਤੇ ਸੜਕਾਂ ਦੇ ਉੱਤੇ ਰਾਤ ਨੂੰ ਟੈਂਟ ਲਾ ਕੇ ਸੌਣ ਦਾ ਮਕਸਦ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਣਕਾਰੀ, ਜਾਗਰੂਕਤਾ ਐਂਡ ਕਿਸਾਨ ਜਥੇਬੰਦੀਆਂ, ਖੇਤ ਮਜ਼ਦੂਰ ਜਥੇਬੰਦੀਆਂ, ਬਹੁਤ ਸਾਰੇ ਕਿਸਾਨ ਲੀਡਰ ਜਾਗਰੂਕ ਹੋ ਕੇ ਸੰਘਰਸ਼ ਦੇ ਰਾਹ ਪਏ ਤੇ ਪੰਜਾਬ ਵਿਧਾਨ ਸਭਾ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰੀ ਬਸ ਖੇਤੀ ਸੁਧਾਰ ਆਰਡੀਨੈਂਸ ਰੱਦ ਕਰਨ ਸੰਬੰਧੀ ਇੱਕ ਪ੍ਰਸਤਾਵ ਲੈ ਕੇ ਆਉਣਾ ਪਿਆ, ਜਿਹਨੂੰ BJP ਤੇ ਅਕਾਲੀ ਦਲ ਦੇ ਸਮਰਥਨ ਤੋਂ ਬਿਨਾਂ ਵਿਧਾਨ ਸਭਾ ਦੇ ਅੰਦਰ ਸਾਰੇ ਬਹੁ ਗਿਣਤੀ MLA ਸਾਰੀਆਂ ਪਾਰਟੀਆਂ ਨੇ ਆਪਣੀ ਸਹਿਮਤੀ ਦੇ ਕੇ ਪਾਸ ਕਰਾਇਆ ਇਸ ਪ੍ਰਸਤਾਵ ਨੂੰ। ਖੇਤੀਬਾੜੀ ਸੁਧਾਰ ਆਰਡੀਨੈਂਸਾਂ ਨੂੰ ਰੱਦ ਕਰਨ ਦੇ ਵਿਰੋਧ ਦੇ ਵਿੱਚ ਗੱਲ ਬਣੀ ਨਹੀਂ ਹਜੇ। ਬਹੁਤ ਸਾਰੇ ਦੋਸਤ ਪੁੱਛਦੇ ਆ ਵੀ ਵਿਧਾਨ ਸਭਾ ਦੇ ਅੰਦਰ ਇਹ ਪਾਸ ਹੋ ਗਿਆ ਤੇ ਗੱਲ ਬਣ ਗਈ, ਗੱਲ ਬਣੀ ਨਹੀਂ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਸਾਡੇ ਇਸ ਸੰਘੀ ਢਾਂਚਾ ਮੁਲਕ ਨੂੰ ਚਲਾਉਣ ਵਾਸਤੇ ਇੱਕ ਸੰਵਿਧਾਨ ਦੇ ਕੇ ਗਏ ਆ। ਕੇਂਦਰ ਦੀਆਂ ਸ਼ਕਤੀਆਂ ਤੇ ਰਾਜਾਂ ਦੀਆਂ ਸ਼ਕਤੀਆਂ ਵੰਡ ਕਰਕੇ ਗਏ ਕਿ ਕਿਤੇ ਕੋਈ ਕੰਟਰੋਵਰਸੀ ਪੈਦਾ ਹੋ ਕੇ ਸੰਘੀ ਨਿਜ਼ਾਮ ਨੂੰ ਕਮਜ਼ੋਰ ਨਾ ਕਰ ਜਾਵੇ। ਫੈਡਰਲਿਜ਼ਮ ਸਾਡਾ ਮਜ਼ਬੂਤ ਕਰਨ ਵਾਸਤੇ ਉਹ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਦੋਸਤੋ ਪੜ੍ਹੋਗੇ ਤੇ ਐਗਰੀਕਲਚਰ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰ ਕਾਨੂੰਨ ਬਣਾਉਣ ਦਾ, ਖੇਤੀ ਉਪਜ ਮਤਲਬ ਕਿ ਕਣਕ, ਚਾਵਲ, ਜਿਹੜੀ ਵੀ ਖੇਤੀ ਦੀ ਉਪਜ ਹੈਗੀ ਉਹਦਾ ਮੰਡੀਕਰਨ 26ਵੀਂ ਐਂਟਰੀ ਹੈਗੀ ਆ 7ਵੇਂ ਸ਼ਡਿਊਲ ਦੀ। ਮੰਡੀਕਰਨ ਟੋਟਲ ਸੂਬਾ ਸਰਕਾਰਾਂ ਦੇ ਕੋਲੇ ਆ, ਕੇਂਦਰ ਦੇ ਕੋਲੇ ਨਹੀਂ। ਹੁਣ ਕੇਂਦਰ ਦੀ ਸਰਕਾਰ ਨੇ ਖੇਤੀ ਸੁਧਾਰ ਆਰਡੀਨੈਂਸ ਕਰੋਨਾ ਦੀ ਆੜ ਦੇ ਵਿੱਚ, ਕਰੋਨਾ ਦੀ ਆੜ 'ਚ ਬੜਾ ਕੁਝ ਹੋ ਰਿਹਾ, ਕਰੋਨਾ ਦੀ ਆੜ ਦੇ ਵਿੱਚ ਵੀ ਹੁਣ ਕੋਈ ਸਟਰਗਲ ਨਹੀਂ ਹੋਏਗਾ, ਕੋਈ ਸਾਡਾ ਵਿਰੋਧ ਨਹੀਂ ਕਰੇਗਾ। ਆਰਡੀਨੈਂਸ ਲੈ ਹੁਣ ਲੋਕ ਸਭਾ ਤੇ ਰਾਜ ਸਭਾ, ਜਿਹੜਾ ਵਿਧਾਨ ਸਭਾ ਦੇ ਅੰਦਰ ਪਾਸ ਕੀਤਾ ਪ੍ਰਸਤਾਵ ਇਹਨਾਂ ਖੇਤੀ ਸੁਧਾਰ ਆਰਡੀਨੈਂਸਾਂ ਨੂੰ ਰੱਦ ਕਰਨ ਲਈ, ਉਹਦੀ ਕਾਪੀ ਲੋਕ ਸਭਾ ਤੇ ਰਾਜ ਸਭਾ ਨੂੰ ਭੇਜੀ ਜਾਣੀ ਹੈ। ਕਾਪੀ ਭੇਜਣ ਨਾਲ ਕੁਛ ਨਹੀਂ ਬਣਨਾ। ਜਿਹੜਾ ਕੱਲ੍ਹ ਤੋਂ ਸੰਘਰਸ਼ 11 ਕਿਸਾਨ ਖੇਤ ਮਜ਼ਦੂਰ ਜਥੇਬੰਦੀਆਂ
ਜਿਨ੍ਹਾਂ ਦੇ ਮੇਰੇ ਕੋਲੇ ਨਾਮ ਲਿਖੇ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਐਂਡ BKU ਕ੍ਰਾਂਤੀਕਾਰੀ ਸੰਘਰਸ਼ ਕਮੇਟੀ, ਸਤਨਾਮ ਪੰਨੂ ਜੀ ਵਾਲੀ ਜਿਹੜੀ ਹੈਗੀ ਆ, ਇਹ 11 ਜਥੇਬੰਦੀਆਂ ਨੇ ਰਸਤਾ ਰੋਕਣ ਦਾ ਪ੍ਰੋਗਰਾਮ, ਕਿਸੇ ਨੇ DC ਦਫ਼ਤਰ ਘੇਰਨ ਦਾ ਪ੍ਰੋਗਰਾਮ ਬਣਾਇਆ। ਸੋ ਮੈਂ ਇਹਨਾਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਰਿਣੀ ਆ, ਕਿਉਂਕਿ ਜੇ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ, ਜੇ ਇੱਥੋਂ ਦਾ ਕਿਸਾਨ ਬਚ ਗਿਆ ਤਾਂ ਸਾਡਾ ਸੂਬਾ ਬਚੇਗਾ। ਜੇ ਕਿਸਾਨ ਨਾ ਬਚਿਆ, ਖੇਤ ਮਜ਼ਦੂਰ ਨਾ ਬਚਿਆ, ਤਾਂ ਸਮਝ ਲਓ ਸਾਡੇ ਸੂਬੇ ਦੀ ਆਰਥਿਕਤਾ ਖਤਮ ਹੋ ਜਾਣੀ ਆ। ਬੜਾ ਡੇਂਜਰਸ ਜਿਹੜਾ ਖੇਤੀ ਸੁਧਾਰ ਆਰਡੀਨੈਂਸ ਆ, ਬਾਦਲ ਬੇਸ਼ੱਕ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ, ਪਰ ਅਸਲੀਅਤ ਤੋਂ ਜਾਣੂ ਹੈਗੇ ਆ ਵੀ ਜੇ ਖੇਤੀ ਸੁਧਾਰ ਆਰਡੀਨੈਂਸ ਲਾਗੂ ਹੋ ਗਏ ਤੇ 5-7 ਸਾਲਾਂ ਦੇ ਵਿੱਚ ਪੰਜਾਬ ਦਾ ਕਿਸਾਨ ਬੇਜ਼ਮੀਨਾ ਹੋ ਜਾਣਾ। ਕਾਰਪੋਰੇਟ ਨੇ ਕੌਡੀਆਂ ਦੇ ਭਾਅ 'ਤੇ ਜ਼ਮੀਨ ਖਰੀਦ ਲੈਣੀ ਆ ਪੰਜਾਬ ਦੀ। ਕਿਸਾਨ ਦੀ ਮਜਬੂਰੀ ਕੀ, ਕਾਰਪੋਰੇਟ ਦੇ ਕੋਲੇ ਖੇਤੀ ਮਜ਼ਦੂਰ ਵਜੋਂ ਕੰਮ ਕਰਨਾ ਪੈਣਾ। ਸੋ ਮੈਂ ਇਹਨਾਂ ਕਿਸਾਨ ਜਥੇਬੰਦੀਆਂ ਦਾ ਰਿਣੀ ਆ ਜਿਨ੍ਹਾਂ ਨੇ ਕੱਲ੍ਹ ਦਾ ਇੱਕ ਬੜਾ ਤਕੜਾ ਪ੍ਰੋਗਰਾਮ ਲੀਕਿਆ, ਤੇ ਮੈਂ ਆਪਣੀ ਪਾਰਟੀ ਦੇ, ਲੋਕ ਇਨਸਾਫ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਪਰਸਨਲੀ ਫੋਨ ਕਰਕੇ ਬੇਨਤੀ ਕੀਤੀ ਹੈ, ਜਿੱਥੇ ਜ਼ਰੂਰਤ ਪਵੇ ਜਾ ਕੇ ਸਪੋਰਟ ਕਰੋ, ਜਿੱਥੇ ਤੁਹਾਨੂੰ ਬੁਲਾਉਣ ਜਾਣਾ ਆਪਾਂ। ਸੋ ਮੈਂ ਇੱਕ ਤਾਂ ਸਾਰੇ ਜਿੰਨੇ ਸਾਡੇ ਕਿਸਾਨ ਲੀਡਰ ਹੈਗੇ ਆ, ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਅਸੀਂ ਬਿਲਕੁਲ ਤੁਹਾਡੇ ਨਾਲ ਆ। ਤੁਸੀਂ ਇਹ ਨਾ ਸਮਝੋ ਵੀ ਅਸੀਂ ਕੋਈ ਰਾਜਨੀਤੀ ਕਰ ਰਹੇ ਹਾਂ ਦੋਸਤੋ। ਇਹਦੇ 'ਤੇ ਲੋਕ ਇਨਸਾਫ ਪਾਰਟੀ, ਸਿਮਰਜੀਤ ਸਿੰਘ ਬੈਂਸ ਕਦੇ ਇਸ ਮੁੱਦੇ ਦੇ ਉੱਤੇ ਰਾਜਨੀਤੀ ਨਹੀਂ, ਜਿਹੜਾ ਪੰਜਾਬ ਦੇ ਸੂਬੇ ਦੇ ਨਾਲ ਜੁੜਿਆ ਹੋਵੇ। ਰਾਜਨੀਤੀ ਕਰਨ ਵਾਸਤੇ ਹੋਰ ਬੜੇ ਮੁੱਦੇ ਪਏ ਆ। ਸੋ ਮੈਂ ਇਹ ਕਹੂੰਗਾ ਕਿ ਰਾਜਨੀਤੀ ਤੋਂ ਉੱਤੇ ਉੱਠਦੇ ਹੋਏ ਅਸੀਂ ਸਾਰੀਆਂ ਕਿਸਾਨ ਖੇਤ ਮਜ਼ਦੂਰ ਸੰਘਰਸ਼ ਕਮੇਟੀਆਂ ਦੀ ਸਪੋਰਟ ਕਰਾਂਗੇ। ਉਹ ਸਾਨੂੰ ਕਿਸੇ ਅੰਦੋਲਨ ਦੇ ਵਿੱਚ ਕੋਈ ਪ੍ਰਧਾਨ ਮੰਤਰੀ ਦਾ ਘਰਾਓ ਆ, ਕੋਈ ਲੋਕ ਸਭਾ ਦਾ ਘਰਾਓ ਆ, ਉਹ ਸਾਨੂੰ ਕਹਿਣਗੇ, ਅਸੀਂ ਉਹਨਾਂ ਦੇ ਪਿੱਛੇ ਲੱਗ ਕੇ, ਕਿਉਂਕਿ ਉਹ ਕਿਸਾਨ ਲੀਡਰਸ ਹੈਗੇ ਆ, ਅਸੀਂ ਪਿੱਛੇ ਲੱਗ ਕੇ ਇੱਕ ਪੰਜਾਬ ਹਤੈਸ਼ੀ ਹੋਣ ਦਾ ਸਬੂਤ ਦਿੰਦੇ ਹੋਏ ਜਿਹੜਾ ਵੀ ਕੇਂਦਰ ਸਰਕਾਰ ਕੋਈ ਜ਼ਬਰ ਤੇ ਜ਼ੁਲਮ ਦਾ ਕਹਾੜਾ ਚਲਾਏਗੀ, ਅਸੀਂ ਉਹ ਜ਼ਬਰ ਤੇ ਜ਼ੁਲਮ ਦਾ ਕਹਾੜਾ ਵੀ ਸਮਾਂਗੇ, ਪਰ ਕਿਸੇ ਵੀ ਕੀਮਤ ਦੇ ਉੱਤੇ ਖੇਤੀ ਸੁਧਾਰ ਆਰਡੀਨੈਂਸ ਦੋਸਤੋ ਲਾਗੂ ਨਹੀਂ ਹੋਣਾ ਚਾਹੀਦਾ। ਜੇ ਖੇਤੀ ਸੁਧਾਰ ਆਰਡੀਨੈਂਸ ਦੇਸ਼ ਦੇ ਅੰਦਰ ਲਾਗੂ ਹੋ ਗਏ ਤੇ ਦੇਸ਼ ਦਾ ਕਿਸਾਨ ਜਿਹੜਾ ਖੁਦਕੁਸ਼ੀਆਂ ਦੇ ਰਸਤੇ 'ਤੇ ਦੋਸਤੋ, ਕਿਸਾਨੀ ਖਤਮ ਹੋ ਜਾਏਗੀ। ਸੋ ਮੈਂ ਸਾਰੇ ਕਿਸਾਨ ਲੀਡਰਸ ਦਾ ਰਿਣੀ ਆ। ਮੈਂ ਲੱਖੋਵਾਲ ਸਾਹਿਬ ਦੀ ਵੀ ਇੱਕ ਸਟੇਟਮੈਂਟ ਅਖਬਾਰਾਂ ਦੇ ਵਿੱਚ ਪੜ੍ਹੀ ਵੀ, ਉਹਨਾਂ ਨੇ ਹਰਸਿਮਰਤ ਤੇ ਸੁਖਬੀਰ ਬਾਦਲ ਨੂੰ ਵੀ ਇਹ ਚੇਤਾਵਨੀ ਦਿੱਤੀ ਆ, ਦੇਰ ਆਏ ਦਰੁਸਤ ਆਏ। ਕਾਸ਼ ਕਿਤੇ ਲੱਖੋਵਾਲ ਸਾਹਿਬ ਵਰਗੇ ਜਿਹੜੇ ਲੀਡਰਸ ਹੈਗੇ ਆ ਕਿਸਾਨ ਯੂਨੀਅਨ, ਜਿਨ੍ਹਾਂ ਦਾ ਬੜਾ ਅੱਛਾ ਪ੍ਰਭਾਵ ਹੈਗਾ, ਉਹ ਪਹਿਲਾਂ ਮੁੱਢ ਕਦੀਮ ਤੋਂ ਹੀ ਆਪਣੀ ਪਾਰਟੀ ਦੇ ਲੀਡਰਸ ਨੂੰ ਇਹ ਗੱਲ ਚੇਤਾਵਨੀ ਰੂਪ 'ਚ ਕਹਿ ਦਿੰਦੇ। ਤੇ ਸੁਖਬੀਰ ਬਾਦਲ ਕਦੇ ਗਿੱਦੜ ਚਿੱਠੀਆਂ ਜਿਹੜੀਆਂ ਕੇਂਦਰ ਦੇ ਮੰਤਰੀਆਂ ਦੀਆਂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ, ਕਿਸਾਨ ਤੇ ਕਿਸਾਨ ਜਥੇਬੰਦੀਆਂ ਐਂਡ ਦਲਿਤ ਖੇਤ ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਸਤੇ, ਉਹ ਇਸ ਰਸਤੇ ਤੁਰਦਾ ਹੀ ਨਾ। ਸੋ ਮੈਂ ਉਹਨਾਂ ਸਾਰੇ ਤਮਾਮ ਕਿਸਾਨ ਲੀਡਰਸ ਦਾ ਲੋਕ ਇਨਸਾਫ ਪਾਰਟੀ ਵੱਲੋਂ ਧੰਨਵਾਦ ਕਰਦਾ ਤੇ ਇੰਸ਼ੋਰ ਕਰਦਾ ਉਹਨਾਂ ਨੂੰ ਕਿ ਤੁਹਾਡੇ ਸੰਘਰਸ਼ ਦੇ ਵਿੱਚ ਲੋਕ ਇਨਸਾਫ ਪਾਰਟੀ ਤੁਹਾਡੇ ਨਾਲ ਮੋਢਾ ਢਾ ਕੇ ਖੜੇਗੀ। ਇਸ ਤੋਂ ਇਲਾਵਾ ਬੈਂਸ ਨੇ ਬਾਦਲ ਪਰਿਵਾਰ ਤੇ ਵੀ ਸ਼ਬਦੀ ਹਮਲੇ ਕੀਤੇ ਨੇ। ਬੈਂਸ ਨੇ ਕਿਹਾ ਹੈ ਕਿ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਹਾਉਣ ਵਾਲਾ ਬਾਦਲ ਪਰਿਵਾਰ ਕਿਸਾਨਾਂ ਦਾ ਘਾਣ ਕਰ ਰਿਹਾ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।